Good morning everyone, this is Sandeep Kaur, your social science teacher, and today we are going to start our next chapter, that is from the civics part, chapter number 5, how we govern our communities. Okay beta. This chapter is regarding the local self-governments in the rural and the urban areas, how the government is governing to us at the local level, and how people are participating in the local self-governments. So we will learn about all these things in this chapter. First of all, let's look at the first para. बेटा देखो की कहते पे कि urban and rural, both communities in the urban areas and the rural areas, people have some basic needs just like the water supply, electricity, roads, educational institutions, health cares, okay, and these all facilities or requirements are called as the civic amenities. And the government have the responsibility to provide all these facilities to the people at the local level, at every village, every town, every city, and at the local level, the local representatives which are elected by the peoples, they are responsible for all these things. एंड बेटा ਜਿਹੜੇ ਲੋਕ ਨੇ ठीक है ਜਿਹੜੇ ਇਹਦੇ ਵਾਸਤੇ ਕੀ ਕੀਤਾ ਜਾਂਦਾ ਫਿਰ ਗਵਰਨਮੈਂਟ ਨੇ ਛੋਟੀ ਛੋਟੀਆਂ ਬੋਡੀਜ਼ ਬਣਾਈਆਂ ਹੋਈਆਂ ਲੋਕਲ ਲੈਵਲ ਤੇ ਜਿਹਨਾਂ ਨੂੰ ਆਪਾਂ ਕਹਿੰਦੇ ਲੋਕਲ ਸੈਲਫ ਗਵਰਨਮੈਂਟ ਠੀਕ ਹੈ ਦੇ ਇਨਸ਼ੋਰ ਆਲ ਥੀਸ ਫੈਸਿਲਿਟੀਜ਼ ਫॉर ਅਸ ਐਟ ਲੋਕਲ ਲੈਵਲ ਵਿਚ ਆਰ ਥੀਸ ਬੋਡੀਜ਼ ਵਿਚ ਆਰ ਦਾ ਲੋਕਲ ਸੈਲਫ ਗਵਰਨਮੈਂਟ ਬੋਡੀਜ਼ we will learn about all these bodies in this chapter. रूरल एरियाज में बेटा इन्होंने पंचायत कहा जाता है एंड इन अर्बन एरियाज दे आर नोन एज द म्यूनसिपैलिटीज. सो वट आर द एडवांटेजेस ऑफ द लोकल सेल्फ गवर्नमेंट. फर्स्ट ऑफ ऑल ਜਿਹੜੇ ਸਾਰੇ ਲੋਕਲ ਪੀਪਲਸ ਨੇ ਔਰ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਨੇ ਉਹ ਬੇਟਾ ਇੱਕ ਮਤਲਬ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਔਰ ਜਿਹੜੇ ਰਿਪਰੈਜ਼ੈਂਟੇਟਿਵਸ ਹੁੰਦੇ ਉਹ ਲੋਕਲ ਲੈਵਲ ਤੇ ਖੁਦ ਰਹਿੰਦੇ ਆ ਔਰ ਉਹਨਾਂ ਸਾਰੀਆਂ ਪ੍ਰੋਬਲਮਸ ਨੂੰ ਅੱਛੇ ਤਰੀਕੇ ਨਾਲ ਜਾਣਦੇ ਆ ਕਿ ਜਿਹੜੇ ਲੋਕਲ ਪੀਪਲਸ ਨੇ ਉਹਨਾਂ ਦੇ ਕੋਲ ਕੀ ਪ੍ਰੋਬਲਮਸ ਨੇ ਠੀਕ ਹੈ. ਸੋ ਇਸ ਤਰੀਕੇ ਨਾਲ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਉਹ ਉਹਨਾਂ ਲੋਕਾਂ ਦੀਆਂ ਪ੍ਰੋਬਲਮਸ ਨੂੰ ਜਿਹੜਾ ਨਿਗਲੈਕਟ ਨਹੀਂ ਕਰਦੇ ਔਰ ਜਿੰਨਾ ਵੀ ਜਲਦੀ ਹੋ ਸਕਦਾ ਹੈ ਉਹਨਾਂ ਨੂੰ ਉਹਨਾਂ ਦੇ ਸੋਲੂਸ਼ਨਸ ਜਿਹੜੇ ਨੇ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਠੀਕ ਹੈ. ਸੈਕਿੰਡ ਇਹਦਾ ਐਡਵਾਂਟੇਜ ਕੀ ਹੈ ਸੈਕਿੰਡ ਇਹਦੀ ਜਿਹੜੀ ਬੈਨੀਫਿਟ ਉਹ ਕੀ ਹੈ ਕਿ ਇਹ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਹੈ ਠੀਕ ਹੈ ਉਹਨਾਂ ਨੂੰ ਟੈਕਲ ਕਰਦਾ ਹੈ ਔਰ ਇਹਦੇ ਨਾਲ ਜਿਹੜੇ ਆਮ ਲੋਕ ਨੇ ਉਹ ਸੈਲਫ ਰਿਲਾਇੰਟ ਔਰ ਰਿਸਪੌਂਸੀਬਲ ਬਣਦੇ ਆ ਠੀਕ ਹੈ ਕਿਉਂਕਿ ਇਹਦੇ ਵਿੱਚ ਜਿੰਨੀਆਂ ਵੀ ਪ੍ਰੋਬਲਮਸ ਨੇ ਉਹ ਆਮ ਲੋਕਾਂ ਨਾਲ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਇਸ ਲਈ ਲੋਕ ਵੀ ਕੀ ਚਾਹੁੰਦੇ ਆ ਕਿ ਉਹਨਾਂ ਦੀ ਪ੍ਰੋਬਲਮਸ ਦਾ ਸੋਲੂਸ਼ਨ ਕੀਤਾ ਜਾਏ ਔਰ ਉਹ ਇਹਦੇ ਲਈ ਜਿਹੜੇ ਲੋਕਲ ਲੀਡਰਸ ਨੇ ਜਾਂ ਲੋਕਲ ਗਵਰਨਮੈਂਟ ਸੈਲਫ ਗਵਰਨਮੈਂਟ ਬੋਡੀਜ਼ ਨੇ ਉਹਨਾਂ ਦੇ ਨਾਲ ਜਿਹੜਾ ਹੈ ਉਹ ਕੋਆਪਰੇਟ ਕਰਦੇ ਨੇ ਠੀਕ ਹੈ. ਐਗਜ਼ਾਮਪਲ ਦਿੱਤੀ ਹੋਈ ਹੈ ਸਾਈਕਲੋਨਸ ਆਉਂਦੇ ਫਲੱਡਸ ਆਉਂਦੇ ਆ ਠੀਕ ਹੈ. ਇਹੋ ਜਿਹੇ ਅਗਰ ਕੋਈ ਡਿਸਾਸਟਰ ਆ ਜਾਂਦਾ ਦੈਨ ਉਹਦੇ ਵਿੱਚ ਕੀ ਹੁੰਦਾ ਹੈ ਕਿ ਗਵਰਨਮੈਂਟ ਜਿਹੜੀ ਲੋਕਲ ਬੋਡੀਜ਼ ਹੁੰਦੀਆਂ ਨੇ ਇਹ ਰੀਸੈਂਟਲੀ ਜਿਹੜਾ ਹੈ ਰੈਸਕਿਊ ਦਾ ਰਿਲੀਫ ਵਰਕ ਜਿਹੜਾ ਨੇ ਉਹ ਸ਼ੁਰੂ ਕਰ ਦਿੰਦੀਆਂ ਹੈ. ਇਹ ਤੋਂ ਪਹਿਲਾਂ ਕਿ ਜਦੋਂ ਸੈਂਟਰਲ ਗਵਰਨਮੈਂਟ ਜਾਂ ਰਾਜ ਸਰਕਾਰ ਵੱਲੋਂ ਦਿੱਤੀ ਗਈ ਕੋਈ ਮਦਦ ਜਾਂ ਕੋਈ ਡਿਸਾਸਟਰ ਮੈਨੇਜਮੈਂਟ ਤੋਂ ਕੋਈ ਜਿਹੜੇ ਸੋਲਜਰਸ ਨੇ ਜਾਂ ਕੋਈ ਵੀ ਆਰਮੀ ਆਉਂਦੀ ਹੈ ਉਹ ਤੋਂ ਪਹਿਲਾਂ ਸਾਰੀਆਂ ਜਿਹੜੀ ਕੰਮ ਹੈ ਉਹ ਸ਼ੁਰੂ ਕਰ ਦਿੱਤੇ ਜਾਂਦੇ ਨੇ ਰੀਸੈਂਟਲੀ. ਸੋ ਦੈਟ ਇਜ਼ ਅਨਦਰ ਐਡਵਾਂਟੇਜ. ਨੈਕਸਟ ਪੁਆਇੰਟ local bodies reduces the work of central and state governments okay they are taking some responsibilities at the local level and it reduce the responsibility of central and state government. Our next topic is the panchayati raj. ਪਹਿਲੇ ਬੇਟਾ ਉਹਨਾਂ ਨੇ ਦੇਖੋ ਬੈਕਗਰਾਊਂਡ ਦਿੱਤੀ ਹੋਈ ਹੈ ਪੰਚਾਇਤੀ ਰਾਜ ਦੀ ਕਿ ਪੰਚਾਇਤੀ ਰਾਜ ਜਿਹੜਾ ਏਸ਼ੀਅਨ ਪੀਰੀਅਡ ਤੋਂ ਚੱਲਿਆ ਆ ਰਿਹਾ ਯਾਨੀ ਕਿ ਬਹੁਤ ਪ੍ਰਾਚੀਨ ਸਮੇਂ ਤੋਂ ਚੱਲਿਆ ਆ ਰਿਹਾ ਪੁਰਾਣੇ ਟਾਈਮ ਤੋਂ ਚੱਲਿਆ ਆ ਰਿਹਾ ਹੈ ਠੀਕ ਹੈ. ਔਰ ਇਹ ਵਾਲੀ ਇੰਸਟੀਟਿਊਸ਼ਨ ਕੀ ਹੈਗਾ ਕਿ ਇਹਨੂੰ ਪੰਚਾਇਤ ਕਿਹਾ ਜਾਂਦਾ ਹੈਗਾ ਜਿਹਦੇ ਵਿੱਚ ਕਿ 5 ਮੈਂਬਰ ਹੁੰਦੇ ਹੈਗੇ ਐਂਡ ਦੇ ਆਰ ਦਾ ਐਲਡਰਸ ਆਫ ਦਾ ਗਰੁੱਪ ਔਰ ਐਲਡਰਸ ਆਫ ਦਾ ਵਿਲੇਜ ਠੀਕ ਹੈ. 5 ਜਿਹੜੇ ਪਿੰਡ ਦੇ ਸਿਆਣੇ ਵੱਡੇ ਮੈਂਬਰਸ ਹੁੰਦੇ ਸੀਗੇ ਉਹਨਾਂ ਨੂੰ ਚੁਣ ਕੇ ਉਹਨਾਂ ਦੀ ਇੱਕ ਪੰਚਾਇਤ ਬਣਾ ਦਿੱਤੀ ਜਾਂਦੀ ਸੀਗੀ 5 ਮੈਂਬਰਸ ਦੀ ਔਰ ਦੇ ਟੁਕ ਆਲ ਦਾ ਡਿਸੀਜਨਸ ਮੇਜਰ ਡਿਸੀਜਨਸ ਫॉर ਦਾ ਵਿਲੇਜ ਐਂਡ ਆਲਸੋ ਸੈਟਲ ਦਾ ਡਿਸਪਿਊਟਸ ਵਿਦ ਇਨ ਵਿਲੇਜ. ਬਟ ਹੌਲੀ ਹੌਲੀ ਜਿਹੜਾ ਹੈ ਇਹ ਜਿਹੜਾ ਜਿਵੇਂ ਇੰਗਲਿਸ਼ ਜਿਹੜੇ ਹੈਗੇ ਸੀਗੇ ਪੀਪਲਸ ਜਿਹੜਾ ਅੰਗਰੇਜ਼ ਆਪਣੇ ਬ੍ਰਿਟਿਸ਼ ਇੱਥੇ ਆ ਜਾਂਦੇ ਆ ਔਰ ਉਹਨਾਂ ਦੇ ਆਉਣ ਦੇ ਕਰਕੇ ਉਹਨਾਂ ਨੇ ਜਦੋਂ ਕੋਰਟ ਬਣਾ ਦਿੱਤੀਆਂ ਜਾਂ ਹੋਰ ਕਈ ਤਰ੍ਹਾਂ ਇਨਫਰਾਸਟ੍ਰਕਚਰ ਜਿਹੜੇ ਸੀਗੇ ਲੋਕਾਂ ਨੂੰ ਪ੍ਰੋਵਾਈਡ ਕਰਨ ਦੇ ਨਾਲ ਜਿਹੜਾ ਪੰਚਾਇਤੀ ਇੰਸਟੀਟਿਊਸ਼ਨ ਸੀਗਾ ਉਹ ਆਲਮੋਸਟ ਉਹਦੀ ਇੰਪੋਰਟੈਂਸ ਖਤਮ ਹੁੰਦੀ ਗਈ ਹੌਲੀ ਹੌਲੀ. ਬਟ ਇਹ ਸਾਰੇ ਪੰਚਾਇਤੀ ਜਿਹੜੇ ਸਿਸਟਮ ਸੀਗਾ ਇਹਨੂੰ ਫਿਰ ਤੋਂ ਰਿਵਾਈਵ ਕਰਨ ਦੇ ਲਈ ਗਵਰਨਮੈਂਟ ਨੇ 1992 ਦੇ ਵਿੱਚ ਜਿਹੜਾ ਹੈਗਾ
ਉਹ ਫਿਰ ਤੋਂ ਪੰਚਾਇਤੀ ਰਾਜ ਐਕਟ ਪਾਸ ਕੀਤਾ ਹੈ, ਠੀਕ ਹੈ। ਔਰ ਉਹਦੇ ਅਕੋਰਡਿੰਗ ਜਿਹੜਾ ਹੈ ਡਿਫਰੈਂਟ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਜਿਹੜੇ ਡਿਫਰੈਂਟ ਸਟੇਟਸ ਨੂੰ ਅੱਗੇ ਜਿਹੜਾ ਹੈ ਡਿਸਟ੍ਰਿਕਟਸ ਵਿੱਚ ਵੰਡਿਆ ਗਿਆ ਹੈ, ਔਰ ਡਿਸਟ੍ਰਿਕਟਸ ਦੇ ਵਿੱਚ ਅੱਗੇ ਕੀ ਹੈ ਬਲਾਕਸ ਨੇ, ਬਲਾਕਸ ਦੇ ਅੱਗੇ ਜਿਹੜੇ ਨੇ ਛੋਟੇ ਛੋਟੇ ਪਿੰਡ ਨੇ। ਹਰ ਇੱਕ ਪਿੰਡ ਦੇ ਵਿੱਚ ਜਿਹੜੀ ਹੈ ਲੋਕਲ ਲੈਵਲ ਤੇ ਇੱਕ ਜਿਹੜਾ ਇੰਸਟੀਟਿਊਸ਼ਨ ਲੋਕਲ ਸੈਲਫ ਗਵਰਨਮੈਂਟ ਇੰਸਟੀਟਿਊਸ਼ਨ ਕੰਮ ਕਰਦਾ, ਦੈਟ ਇਜ਼ ਪੰਚਾਇਤ, ਠੀਕ ਹੈ। ਔਰ ਬਲਾਕ ਲੈਵਲ ਤੇ ਬਲਾਕ ਸਮਿਤੀ ਐਂਡ ਡਿਸਟ੍ਰਿਕਟ ਲੈਵਲ ਤੇ ਜ਼ਿਲ੍ਹਾ ਪ੍ਰੀਸ਼ਦ, and collectively these all institutions are known as the panchayati raj. How are the panchayats formed? ਕਿਵੇਂ ਪੰਚਾਇਤਾਂ ਬਣਾਈਆਂ ਜਾਂਦੀਆਂ ਹੈ? ਇਹ ਪੰਚਾਇਤੀ ਰਾਜ ਵਿੱਚ ਕਿਵੇਂ ਸਾਰਾ ਕੰਮ ਚੱਲਦਾ ਦੇਖੋ ਇਹਦੇ ਵਿੱਚ ਨੀਚੇ ਵਾਲੀ ਡਾਇਗਰਾਮ ਤੇ ਆਪਾਂ ਦੇਖਦੇ ਹਾਂ। ਸਭ ਤੋਂ ਨੀਚੇ ਦੇਖੋ ਇਹ ਵਾਲੀ ਸਾਈਡ ਜਿਹੜੀ ਹੈ ਇਹਦੇ ਸਭ ਤੋਂ ਨੀਚੇ ਵਿਲੇਜ ਲੈਵਲ ਤੇ ਕਿਹੜਾ ਇੰਸਟੀਟਿਊਸ਼ਨ ਹੁੰਦਾ ਹੈ? ਗ੍ਰਾਮ ਪੰਚਾਇਤ। ਇਹ ਤੋਂ ਉੱਪਰ ਵਾਲਾ ਜਿਹੜਾ ਯੂਨਿਟ ਹੈ ਉਹ ਕੀ ਹੈ? ਬਲਾਕ ਲੈਵਲ ਤੇ ਜਿਹੜਾ ਇੰਸਟੀਟਿਊਸ਼ਨ ਹੈ ਬਲਾਕ ਸਮਿਤੀ। ਥਰਡ ਯੂਨਿਟ ਇਜ਼ ਡਿਸਟ੍ਰਿਕਟ ਲੈਵਲ ਤੇ ਕਿਹੜਾ ਇੰਸਟੀਟਿਊਸ਼ਨ ਹੈ? ਜ਼ਿਲ੍ਹਾ ਪ੍ਰੀਸ਼ਦ। ਸੋ ਜਿੰਨੇ ਵੀ ਲੋਕਲ ਮੈਟਰਸ ਨੇ ਵਿਲੇਜ ਲੈਵਲ ਤੇ ਉਹਨਾਂ ਨੂੰ ਸਭ ਨੂੰ ਕੌਣ ਦੇਖਦਾ ਹੈ? ਗ੍ਰਾਮ ਪੰਚਾਇਤ ਦੇਖਦਾ ਹੈ। ਉਹਨਾਂ ਤੋਂ ਉੱਪਰ ਸਾਰੇ ਉਸ ਗਰੁੱਪ ਆਫ ਵਿਲੇजेस ਦੇ ਉੱਪਰ ਕੀ ਹੈ? ਇੱਕ ਬਲਾਕ ਹੈ, ਔਰ ਬਲਾਕ ਦੇ ਵਿੱਚ ਕੀ ਹੈ? ਕਿਹੜਾ ਇੰਸਟੀਟਿਊਸ਼ਨ ਹੈ? ਬਲਾਕ ਸਮਿਤੀ ਹੈ। ਬਲਾਕ ਸਮਿਤੀ ਜਿਹੜਾ ਹੈ ਉਹ ਸਾਰੇ ਵਿਲੇजेस ਦੀ ਜਿਹੜੀ ਵਰਕਿੰਗ ਹੈ ਗ੍ਰਾਮ ਪੰਚਾਇਤ ਨੇ ਉਹਨਾਂ ਨੂੰ ਹੈਲਪ ਕਰਦਾ ਹੈ। ਔਰ ਇਹਦੇ ਤੋਂ ਉੱਪਰ ਬੇਟਾ ਡਿਸਟ੍ਰਿਕਟ ਲੈਵਲ ਤੇ ਇੱਕ ਇੰਸਟੀਟਿਊਸ਼ਨ ਹੁੰਦਾ ਜਿਹਨੂੰ ਆਪਾਂ ਜ਼ਿਲ੍ਹਾ ਪ੍ਰੀਸ਼ਦ ਕਹਿੰਦੇ ਹਾਂ, ਠੀਕ ਹੈ। ਔਰ ਜ਼ਿਲ੍ਹਾ ਪ੍ਰੀਸ਼ਦ ਜਿਹੜਾ ਹੈ ਉਹ ਸਾਰੇ ਜਿਹੜੇ ਜ਼ਿਲ੍ਹੇ ਦੇ ਕੰਮ ਨੇ ਜਾਂ ਜ਼ਿਲ੍ਹੇ ਵਿੱਚ ਹੋਣ ਵਾਲੀਆਂ ਐਕਟੀਵਿਟੀਜ਼ ਨੇ ਜਾਂ ਗ੍ਰਾਮ ਪੰਚਾਇਤ ਦੇ ਕੰਮ ਨੇ, ਬਲਾਕ ਸਮਿਤੀਜ਼ ਦੇ ਕੰਮ ਨੇ, ਉਹਨਾਂ ਸਭ ਨੂੰ ਸੁਪਰਵਾਈਜ਼ ਕਰਦਾ ਹੈ। ਹਾਂਜੀ ਬੱਚੇ ਨੈਕਸਟ ਹੈ ਕਹਿੰਦੇ ਕਿ ਜਿਹੜੇ ਪੰਚਾਇਤ ਨੂੰ ਚੁਣਨ ਦੇ ਲਈ ਕੀ ਕੀਤਾ ਜਾਂਦਾ ਕਿ ਸਾਰਾ ਜਿਹੜਾ ਏਰੀਆ ਹੈ ਉਹਨੂੰ ਛੋਟੇ ਛੋਟੇ ਪਿੰਡਾਂ ਵਿੱਚ ਛੋਟੇ ਜਿਹੜੇ ਨੇ ਉਹ ਵਾਰਡ ਬਣਾ ਦਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਕੌਂਸਟੀਟੂਐਂਸੀਜ਼ ਕਹਿੰਦੇ ਨੇ ਜਾਂ ਵਾਰਡਸ ਕਹਿੰਦੇ ਨੇ, ਠੀਕ ਹੈ। ਐਂਡ ਹਰ ਇੱਕ ਵਾਰਡ ਤੋਂ ਜਿਹੜਾ ਇੱਕ ਰਿਪਰੈਜ਼ੈਂਟੇਟਿਵ ਇੱਕ ਮੈਂਬਰ ਜਿਹੜਾ ਉਹਨੂੰ ਚੁਣ ਲਿਆ ਜਾਂਦਾ ਹੈ। ਔਰ ਇਹਨਾਂ ਦੀ ਟਰਮ ਕਿੰਨੀ ਹੁੰਦੀ ਹੈ? ਕਿੰਨੇ ਸਾਲ ਲਈ ਚੁਣੇ ਜਾਂਦੇ ਆ? ਟੈਨਿਓਰ ਕੀ ਹੁੰਦਾ ਹੈ? 5 years, ਓਕੇ। ਐਂਡ ਨੈਕਸਟ ਹੈ ਕਿ ਦੇयर ਆਰ ਸਮ ਸੀਟਸ ਵਿਚ ਆਰ ਰਿਜ਼ਰਵਡ ਫॉर ਦਾ SCs, STs, scheduled castes, scheduled tribes and backward classes, okay. And 1/3 of the seats in the local bodies are reserved for the women only, ठीक है। मतलब कि एक थर्ड मतलब ਤੀਜਾ ਹਿੱਸਾ ਜਿਹੜੀਆਂ ਸੀਟਾਂ ਨੇ ਉਹ ਕਿੰਨਾਂ ਲਈ ਰਿਜ਼ਰਵ ਹੁੰਦੀਆਂ ਨੇ? ਓਨਲੀ ਫॉर ਵੂਮਨਸ, ਠੀਕ ਹੈ। ਔਰ ਉਹਨਾਂ ਵਿੱਚ ਬਾਕੀ ਜਿਹੜੀਆਂ ਸੀਟਸ ਨੇ ਉਹਨਾਂ ਵਿੱਚੋਂ ਕੁਝ ਸੀਟਾਂ ਜਿਹੜੀਆਂ ਹੁੰਦੀਆਂ ਨੇ ਉਹ ਸ਼ਡਿਊਲਡ ਕਾਸਟਸ ਦੇ ਲੋਕ ਜਿਹੜੇ ਨੇ ਉਹ ਸ਼ਡਿਊਲਡ ਟ੍ਰਾਈਬਸ ਦੇ ਨੇ ਜਾਂ ਉਹ ਅਦਰ ਬੈਕਵਰਡ ਕਲਾਸਿਸ ਦੇ ਨੇ, ਉਹਨਾਂ ਸਭ ਦੇ ਲਈ ਜਿਹੜੀਆਂ ਨੇ ਉਹ ਰਿਜ਼ਰਵ ਹੁੰਦੀਆਂ ਹੈ। ਨੈਕਸਟ ਬੇਟਾ ਜਿਹੜਾ ਕੋਈ MLA ਹੈ, MP ਹੈ, ਠੀਕ ਹੈ, ਉਹ ਕਿਸ ਸਪੈਸੀਫਿਕ ਬਲਾਕ ਸਮਿਤੀ ਦੇ ਵਿੱਚੋਂ ਜਿਹੜਾ ਜਿੱਤ ਕੇ ਗਿਆ ਹੈ, ਚਾਹੇ ਉਹ ਸਟੇਟ ਲੈਜਿਸਲੇਟਿਵ ਅਸੈਂਬਲੀ 'ਚ ਗਿਆ ਹੈ ਜਾਂ ਪਾਰਲੀਮੈਂਟ 'ਚ ਗਿਆ ਹੈ, ਠੀਕ ਹੈ, ਉਹ ਦੇ ਆਰ ਆਲਸੋ ਮੈਂਬਰਸ ਆਫ ਦਾ ਬਲਾਕ ਸਮਿਤੀਜ਼ ਐਂਡ ਜ਼ਿਲ੍ਹਾ ਪ੍ਰੀਸ਼ਦਸ ਐਂਡ ਦੇ ਆਰ ਨੋਨ ਐਜ਼ ਦਾ ਐਕਸ ਅਫੀਸ਼ੀਓ ਮੈਂਬਰਸ, ਠੀਕ ਹੈ। ਐਕਸ ਅਫੀਸ਼ੀਓ ਮੈਂਬਰਸ ਮਤਲਬ ਉਹ ਆਪਣੇ ਅਹੁਦੇ ਦਾ ਕਰਕੇ ਮੈਂਬਰ ਨੇ, ਉਹਨਾਂ ਨੂੰ ਲੋਕਾਂ ਨੇ ਕਿਸੇ ਨੇ ਬਲਾਕ ਸਮਿਤੀ ਦਾ ਮੈਂਬਰ ਨਹੀਂ ਚੁਣਿਆ, ਬਟ ਕਿਉਂਕਿ ਉਹ ਉਸ ਇਲਾਕੇ ਦੇ ਵਿੱਚੋਂ ਚੁਣ ਕੇ ਗਏ ਨੇ, ਉਹ MP MLA ਉਸ ਇਲਾਕੇ 'ਚੋਂ ਬਣੇ ਨੇ, ਸੋ ਇਸ ਲਈ ਦੇ ਆਰ ਐਕਸ ਅਫੀਸ਼ੀਓ ਮੈਂਬਰਸ, ਆਪਣੇ ਅਹੁਦੇ ਕਰਕੇ ਮੈਂਬਰ ਨੇ। ਇਹਦੇ ਨਾਲ ਹੀ ਬੇਟਾ ਜਿੰਨੇ ਵੀ ਗ੍ਰਾਮ ਪੰਚਾਇਤ ਨੇ, ਜਿੰਨੇ ਵੀ ਪਿੰਡ ਨੇ, ਉਹਨਾਂ ਦੇ ਜਿਹੜੀਆਂ ਪੰਚਾਇਤ ਨੇ ਉਹ ਕੀ ਨੇ? ਉਹਨਾਂ ਦੇ ਸਾਰੇ ਸਰਪੰਚ ਜਿਹੜੇ ਨੇ ਉਹ ਕਿਹਦੇ ਮੈਂਬਰ ਹੁੰਦੇ ਨੇ? ਬਲਾਕ ਸਮਿਤੀ ਦੇ ਮੈਂਬਰ ਹੁੰਦੇ ਨੇ। ਇਸੇ ਤਰੀਕੇ ਨਾਲ ਬਲਾਕ ਸਮਿਤੀ ਜਿੰਨੀਆਂ ਵੀ ਇੱਕ ਜ਼ਿਲ੍ਹੇ ਦੇ ਵਿੱਚ ਹੋਣ, ਜਿੰਨੇ ਵੀ ਬਲਾਕਸ ਨੇ, ਚਾਹੇ 3 ਨੇ, 4 ਨੇ, 5 ਨੇ, 6 ਨੇ, ਉਹਨਾਂ ਸਭ ਦੇ ਹੈੱਡ ਜਿਹੜੇ ਨੇ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਸ ਹੁੰਦੇ ਨੇ, ਠੀਕ ਹੈ। ਨੈਕਸਟ ਹੈ ਕਿ ਗਵਰਨਮੈਂਟ ਜਿਹੜੀ ਹੈ ਉਹ ਸਾਰੀ ਜਿਹੜੀਆਂ ਪੰਚਾਇਤ ਨੇ ਉਹਨਾਂ ਸਭ ਨੂੰ ਜਿਹੜੀ ਇਕੁਅਲ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਗਵਰਨਮੈਂਟ ਕੋਈ ਨਾ ਕੋਈ ਆਫਿਸਰ ਹੁੰਦਾ ਜਿਹੜਾ ਕਿ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰਦਾ ਹੈ ਉਹਨਾਂ ਇੰਸਟੀਟਿਊਸ਼ਨਸ ਦੇ ਵਿੱਚ, ਠੀਕ ਹੈ। ਦੇਖੋ ਉਹਨਾਂ ਨੇ ਦੱਸਿਆ ਆ ਕਿ ਪੰਚਾਇਤ ਜਿਹੜੀਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੇ ਉਹਨਾਂ ਲਈ ਕੀ ਹੁੰਦਾ ਹੈ? ਇੱਕ ਸੈਕਟਰੀ ਹੁੰਦਾ ਹੈ, ਠੀਕ ਹੈ, ਸੈਕਟਰੀ ਹੁੰਦਾ ਹੈ, ਇੱਕ ਅਪਾਇੰਟ ਗਵਰਨਮੈਂਟ ਵੱਲੋਂ ਕੀਤਾ ਜਾਂਦਾ ਹੈ। ਬਲਾਕ ਡਿਵੈਲਪਮੈਂਟ ਆਫਿਸਰ ਜਿਹੜਾ ਉਹ ਕਿਹਦੇ ਲਈ ਹੁੰਦਾ ਹੈ? ਬਲਾਕ ਸਮਿਤੀ ਲਈ ਹੁੰਦਾ ਹੈ, ਠੀਕ ਹੈ। ਸਾਰੇ ਬਲਾਕਸ ਦਾ ਕੰਮ ਦੇਖਣ ਲਈ ਬਲਾਕ ਸਮਿਤੀ ਕਿਵੇਂ ਕੰਮ ਕਰਦੀ ਪਈ ਹੈ ਜਾਂ ਕੀ ਹੈ ਸਭ ਕੁਝ ਜਿਹੜਾ ਮੈਨੇਜ ਕਰਨ ਦੇ ਲਈ ਇੱਕ ਆਫਿਸਰ ਗਵਰਨਮੈਂਟ ਵੱਲੋਂ ਅਪਾਇੰਟ ਕੀਤਾ ਜਾਂਦਾ, ਦੈਟ ਇਜ਼ BDO, ਬਲਾਕ ਡਿਵੈਲਪਮੈਂਟ ਆਫਿਸਰ। ਐਂਡ ਐਟ ਦਾ ਹਾਇਰ ਲੈਵਲ in the Jilla Parishad there is another officer which is appointed by the government, that is district magistrate, ਠੀਕ ਹੈ। ਇਹਨਾਂ ਦੇ ਰੈਂਕ ਦੇ ਲੈਵਲ ਦਾ ਇੱਕ ਆਫਿਸਰ ਹੁੰਦਾ ਜਿਹਨੂੰ ਕਈ ਵਾਰ ਕਮਿਸ਼ਨਰ ਕਹਿ ਦਿੱਤਾ ਜਾਂਦਾ ਹੈ, ਠੀਕ ਹੈ। ਸੋ ਉਹ ਜਿਹੜੇ ਨੇ ਉਹ ਉਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਹੈ ਤਾਂ ਕਿ ਉਹ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਹੈ ਉਹਦੀ ਫੰਕਸ਼ਨਿੰਗ ਨੂੰ ਪ੍ਰੋਪਰਲੀ ਮੇਨਟੇਨ ਕਰ ਸਕਣ। ਨੈਕਸਟ ਫੰਕਸ਼ਨਸ ਐਂਡ ਸੋਰਸਿਸ ਆਫ ਇਨਕਮ ਆਫ ਪੰਚਾਇਤ। ਕੰਮ ਕੀ ਨੇ ਇਹਨਾਂ ਦੇ? ਦੇਖੋ ਕਿਹੜੇ ਨੇ? ਐਜੂਕੇਸ਼ਨ, ਐਗਰੀਕਲਚਰ, ਐਨੀਮਲ ਵੈਲਫੇਅਰ,
ਵਾਟਰ ਸਪਲਾਈ, ਰੋਡਸ, ਕਾਟੇਜ ਇੰਡਸਟਰੀ, ਇਹਨਾਂ ਸਾਰੇ ਏਰੀਆਜ਼ ਵਿੱਚ ਜਿਹੜਾ ਹੈ ਉਹ ਕੰਮ ਕਰਦੇ ਨੇ ਇਹ ਸਾਰੇ ਇੰਸਟੀਟਿਊਸ਼ਨਸ। ਔਰ ਆਪਣੇ ਕੰਮ ਨੂੰ ਕਰਨ ਦੇ ਲਈ ਉਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਹੈ। ਦੈਨ ਉਹ ਪੈਸਾ ਕਿੱਥੋਂ ਲੈਂਦੇ ਨੇ ਕਿ ਉਹ ਜਿਹੜੀਆਂ ਪ੍ਰੋਪਰਟੀਜ਼ ਨੇ ਇਹਨਾਂ ਸਾਰੀਆਂ ਇੰਸਟੀਟਿਊਸ਼ਨਸ ਦੇ ਕੋਲ ਕੋਈ ਲੈਂਡ ਏਰੀਆ ਹੈ, ਕਿਸੇ ਤਰੀਕੇ ਦੀ ਵੀ ਪ੍ਰੋਪਰਟੀ ਹੈ, ਉਹਦੇ ਤੋਂ ਉਹ ਸਾਰਾ ਜਿਹੜਾ ਟੈਕਸ ਕਲੈਕਟ ਕਰਦੇ ਨੇ। ਇਹਦੇ ਨਾਲ ਕਈ ਤਰ੍ਹਾਂ ਦੀ ਰਜਿਸਟ੍ਰੇਸ਼ਨ ਫੀ, ਠੀਕ ਹੈ, ਸੇਲ ਕਈ ਵਾਰ, ਠੀਕ ਹੈ, ਇਹ ਰਜਿਸਟ੍ਰੇਸ਼ਨ ਫੀਸ ਵਗੈਰਾ ਕਲੈਕਟ ਕਰਦੇ ਨੇ। ਸੇਲ ਆਫ ਪ੍ਰੋਪਰਟੀ ਐਂਡ ਕੈਟਲਸ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਉਹਨਾਂ ਨੂੰ ਪੈਸਾ ਆਉਂਦਾ ਹੈ, ਠੀਕ ਹੈ। ਨੈਕਸਟ ਹੈ ਬੇਟਾ ਕਿ ਇਹਨਾਂ ਦੇ ਜਿਹੜੇ ਫੰਕਸ਼ਨਸ ਨੇ ਉਹਨਾਂ ਨੂੰ ਕੰਮ ਕਰਨ ਦੇ ਲਈ ਕੁਛ ਇਹਨਾਂ ਨੂੰ ਜਿਹੜਾ ਪੈਸਾ ਹੈ ਉਹ ਮਿਲਦਾ ਹੈ, ਗਵਰਨਮੈਂਟ ਵੱਲੋਂ ਵੀ ਮਿਲਦਾ ਹੈ, ਠੀਕ ਹੈ। ਥੈਂਕ ਯੂ।